ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਏਓਰਟਿਕ ਸਟੀਨੋਸਿਸ ਦੀ। ਏਓਰਟਿਕ ਸਟੀਨੋਸਿਸ ਉਸ ਵਾਲਵ ਦੀ ਸ਼ਰਿੰਕੇਜ ਹੈ ਜਿਹਨੂੰ ਏਓਰਟਿਕ ਵਾਲਵ ਕਿਹਾ ਜਾਂਦਾ ਹੈ। ਜਦੋਂ ਉਮਰ ਦੇ ਹਿਸਾਬ ਨਾਲ, ਵੱਧਦੀ ਉਮਰ ਦੇ ਨਾਲ ਏਓਰਟਿਕ ਵਾਲਵ ਸ਼ਰਿੰਕ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਪੇਸ਼ੈਂਟ ਦਾ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਪੇਸ਼ੈਂਟ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ, ਪੇਸ਼ੈਂਟ ਨੂੰ ਛਾਤੀ 'ਚ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ। ਸੋ ਏਓਰਟਿਕ ਸਟੀਨੋਸਿਸ ਵੈਸੇ ਇੱਕ ਬੜੀ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਇਹਦਾ ਬੜਾ ਲੇਟੈਂਟ ਪੀਰੀਅਡ ਹੁੰਦਾ ਹੈ ਕਿ ਜਦੋਂ ਇਹ ਸੀਵੀਅਰ ਬਲੋਕੇਜ ਹੋ ਜਾਂਦੀ ਹੈ, ਸ਼ਰਿੰਕੇਜ ਹੋ ਜਾਂਦੀ ਹੈ, ਉਦੋਂ ਤੱਕ ਪੇਸ਼ੈਂਟ ਨੂੰ ਕੋਈ ਸਿੰਪਟਮ ਨਹੀਂ ਆਉਂਦੇ, ਉਹਨੂੰ ਪਤਾ ਵੀ ਨਹੀਂ ਲੱਗਦਾ। ਅਤੇ ਜਦੋਂ ਸਿੰਪਟਮਸ ਆਉਣੇ ਸ਼ੁਰੂ ਹੋ ਜਾਣ ਉਸ ਤੋਂ ਬਾਅਦ ਜੇ ਇਹਦਾ ਟਰੀਟਮੈਂਟ ਨਾ ਕੀਤਾ ਜਾਵੇ ਤਾਂ 2 ਤੋਂ 5 ਸਾਲ ਹੀ ਪੇਸ਼ੈਂਟ ਦੀ ਲਾਈਫ ਰਹਿ ਜਾਂਦੀ ਹੈ। ਸੋ ਏਓਰਟਿਕ ਸਟੀਨੋਸਿਸ ਵਾਸਤੇ ਟ੍ਰੈਡੀਸ਼ਨਲੀ ਜਿਹੜਾ ਟਰੀਟਮੈਂਟ ਆਫ ਚੋਇਸ ਹੁੰਦਾ ਸੀ ਕਿ ਓਪਨ ਹਾਰਟ ਸਰਜਰੀ ਕਰਕੇ ਇਸ ਵਾਲਵ ਨੂੰ ਰਿਪਲੇਸ ਕਰ ਦਿੱਤਾ ਜਾਂਦਾ ਸੀ, ਜਿਹਨੂੰ ਕਿ ਸਰਜੀਕਲ ਏਓਰਟਿਕ ਵਾਲਵ ਰਿਪਲੇਸਮੈਂਟ ਕਿਹਾ ਜਾਂਦਾ। ਸੋ ਬਟ ਪਿਛਲੇ 5-10 ਸਾਲਾਂ ਦੇ ਵਿੱਚ ਇੱਕ ਨਿਊਅਰ ਟੈਕਨੀਕ ਆਈ ਹੈ ਫॉर ਪੇਸ਼ੈਂਟਸ ਜਿਨ੍ਹਾਂ ਦੀ ਏਜ ਬਹੁਤ ਜ਼ਿਆਦਾ ਹੋਵੇ ਜਾਂ ਜਿਹੜੇ ਇਸ ਪ੍ਰੋਸੀਜਰ ਨੂੰ ਟੋਲਰੇਟ ਨਾ ਕਰ ਸਕਦੇ ਹੋਣ ਜਾਂ ਜਿਨ੍ਹਾਂ ਵਾਸਤੇ ਕੋਈ ਵੀ ਓਪਨ ਹਾਰਟ ਸਰਜਰੀ ਬਹੁਤ ਰਿਸਕੀ ਹੁੰਦੀ ਹੈ, ਤਾਂ ਉਹਨਾਂ ਪੇਸ਼ੈਂਟਸ ਦੇ ਲਈ ਅਸੀਂ ਏਓਰਟਿਕ ਵਾਲਵ ਨੂੰ ਰਿਪਲੇਸ ਕਰ ਸਕਦੇ ਹਾਂ ਇੱਕ ਪਿਓਰਲੀ ਮਿਨੀਮਲੀ ਇਨਵੇਸਿਵ ਤਰੀਕੇ ਨਾਲ। ਯਾਨੀ ਕਿ ਅਸੀਂ ਪੈਰ ਦੀ ਆਰਟਰੀ ਦੇ ਵਿੱਚੋਂ ਜਾ ਕੇ ਡਿਜ਼ੀਜ਼ਡ ਵਾਲ ਨੂੰ ਬਲੂਨ ਕਰਕੇ ਰਸਤਾ ਬਣਾ ਕੇ ਫਿਰ ਅਸੀਂ ਨਵੇਂ ਏਓਰਟਿਕ ਵਾਲ ਨੂੰ ਵੀ ਪੈਰ ਦੀ ਆਰਟਰੀ ਦੇ ਰਾਹੀਂ ਲਿਜਾ ਕੇ ਉੱਥੇ ਡਿਪਲੋਏ ਕਰ ਦਿੰਦੇ ਹਾਂ, ਫਿਕਸ ਕਰ ਦਿੰਦੇ ਹਾਂ, ਜਿਸ ਦੇ ਨਾਲ ਉਹ ਨਵਾਂ ਵਾਲਵ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ। ਸੋ ਇਹ ਬਹੁਤ ਹੀ ਗਰਾਊਂਡ ਬ੍ਰੇਕਿੰਗ ਪ੍ਰੋਸੀਜਰ ਹੈ। ਇਹ ਸਾਡੇ ਇੱਥੇ ਫਿਊ ਸੈਂਟਰਸ ਆਫ ਇੰਡੀਆ ਹੀ 'ਚ ਹੀ ਹੁੰਦਾ ਹੈਗਾ ਅਤੇ ਸਾਡੇ ਇੱਥੇ ਵੀ ਹੁੰਦਾ। ਸੋ ਇਹਦੇ ਨਾਲ ਪੇਸ਼ੈਂਟ ਜਿਹੜਾ ਪ੍ਰੋਸੀਜਰ ਕਰਵਾ ਕੇ ਪੇਸ਼ੈਂਟ ਨੂੰ ਆਲਮੋਸਟ 15-20 ਦਿਨ ਲੱਗ ਜਾਂਦੇ ਸੀ ਰਿਕਵਰ ਹੋਣ ਦੇ ਵਿੱਚ, ਇਸ ਪ੍ਰੋਸੀਜਰ ਨੂੰ ਕਰਵਾ ਕੇ ਪੇਸ਼ੈਂਟ ਅਗਲੇ ਦਿਨ ਹੀ ਚੱਲਣਾ ਸ਼ੁਰੂ ਕਰ ਸਕਦਾ ਹੈ ਅਤੇ ਵਿਦਿਨ 1 or 2 days ਪੇਸ਼ੈਂਟ ਆਪਣੇ ਘਰ ਜਾ ਸਕਦਾ ਹੈ। ਸੋ ਇਟ ਇਜ਼ ਅ ਬੂਨ ਫॉर ਸੱਚ ਪੇਸ਼ੈਂਟਸ। ਨਹੀਂ ਤਾਂ ਕਈ ਪੇਸ਼ੈਂਟਸ ਅਸੀਂ ਦੇਖਿਆ ਏਓਰਟਿਕ ਸਟੀਨੋਸਿਸ ਹੋਣ ਤੋਂ ਬਾਅਦ ਕੋਈ ਵੀ ਪ੍ਰੋਸੀਜਰ ਨਹੀਂ ਕਰਾਉਂਦੇ ਅਤੇ ਉਹਨਾਂ ਦਾ ਹਾਰਟ ਇਵੈਂਚੁਅਲੀ ਫੇਲ ਹੋ ਕੇ ਅਤੇ ਫਿਰ ਡੈਥ ਹੋ ਜਾਂਦੀ ਹੈ। ਬਟ ਇਹਨਾਂ ਪੇਸ਼ੈਂਟਸ ਵਾਸਤੇ ਜੇ ਟਾਈਮਲੀ ਅਸੀਂ ਏਓਰਟਿਕ ਵਾਲ ਦਾ ਟਰੀਟਮੈਂਟ ਕਰਦੇ ਹਾਂ, ਰਿਪਲੇਸ ਕਰ ਦਿੰਦੇ ਹਾਂ ਉਹਨੂੰ ਬਾਈ ਐਨੀ ਮੈਥਡ, ਸੋ ਉਹ ਪੇਸ਼ੈਂਟਸ ਅੱਗੇ 15-20 25-30 ਸਾਲ ਬੜੇ ਆਰਾਮ ਨਾਲ ਆਪਣੀ ਲਾਈਫ ਜੀ ਸਕਦੇ ਹੈ ਐਂਡ ਵਿਦਆਊਟ ਐਨੀ ਸਿੰਪਟਮਸ। ਥੈਂਕ ਯੂ। ਦਵਿੰਦਰ ਸਿੰਘ ਜੀ ਸਾਡੇ ਕੋਲ ਕਰੀਬ 10 ਦਿਨ ਪਹਿਲਾਂ ਆਏ। ਇਹਨਾਂ ਦਾ BP ਬਹੁਤ ਲੋ ਸੀਗਾ ਅਤੇ ਇਹਨਾਂ ਦਾ ਬਹੁਤ ਸਾਹ ਚੜ੍ਹ ਰਿਹਾ ਸੀਗਾ। ਪਹਿਲਾਂ ਤੋਂ ਹੀ ਇਹਨਾਂ ਨੂੰ ਪਤਾ ਹੈ ਇਹਨਾਂ ਦਾ ਇੱਕ ਵਾਲਵ ਬਹੁਤ ਜ਼ਿਆਦਾ ਸ਼ਰਿੰਕ ਕੀਤਾ ਹੋਇਆ ਸੀ, ਜਿਸ ਕਰਕੇ ਇਹਨਾਂ ਦਾ ਹਾਰਟ ਫੇਲ ਹੋ ਰਿਹਾ ਸੀ ਵਾਰੀ-ਵਾਰੀ। ਇਹਨਾਂ ਦੇ ਹਾਰਟ ਦੀ ਜਿਹੜੀ ਪੰਪਿੰਗ ਆਪਾਂ ਕਹਿ ਦਿੰਦੇ ਹਾਂ ਜਾਂ ਐਫੀਸ਼ੀਐਂਸੀ ਸਿਰਫ 20% ਸੀਗੀ। ਸੋ ਇਸ ਤਰ੍ਹਾਂ ਦੇ ਪੇਸ਼ੈਂਟਸ ਦੇ ਵਿੱਚ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਵਾਲਵ ਹੈਗਾ ਏਓਰਟਿਕ ਵਾਲਵ ਉਹਨੂੰ ਰਿਪਲੇਸ ਕਰ ਦਿੱਤਾ ਜਾਵੇ। ਬਟ ਬਿਕੋਜ਼ ਹਾਰਟ ਇੰਨਾ ਵੀਕ ਹੋ ਚੁੱਕਿਆ ਸੀਗਾ, ਇਹਨਾਂ ਨੂੰ ਕਈ ਜਗ੍ਹਾ ਤੋਂ ਦੱਸਿਆ ਗਿਆ ਕਿ ਇਹ ਬਹੁਤ ਜ਼ਿਆਦਾ ਹਾਈ ਰਿਸਕ ਪ੍ਰੋਸੀਜਰ ਹੈ, ਇਨਫੈਕਟ ਮਤਲਬ ਇਨਐਪਰੇਬਲ ਕਹਿ ਦਿੱਤਾ ਗਿਆ ਸੀਗਾ। ਸੋ ਜਦੋਂ ਸਾਡੇ ਕੋਲ ਆਏ ਤਾਂ ਇਹਨਾਂ ਦਾ BP ਬੇਅਰਲੀ 70 ਸੀਗਾ ਅਤੇ ਵੈਂਟੀਲੇਟਰ ਵੀ ਸਾਨੂੰ ਲਗਾਉਣਾ ਪਿਆ ਇਹਨਾਂ ਨੂੰ। ਅਤੇ ਅਗਲੇ ਕੁਛ ਦਿਨਾਂ ਤੱਕ ਅਸੀਂ ਇਹਨਾਂ ਦੇ BP ਨੂੰ ਥੋੜ੍ਹਾ ਸਟੇਬਲ ਕੀਤਾ, ਬਟ BP ਵਧਾਉਣ ਦੀਆਂ ਦਵਾਈਆਂ ਅਸੀਂ ਦੇ ਰਹੇ ਸੀ ਤਾਂ ਵੀ ਇਹਨਾਂ ਦਾ BP 90/60 ਹੀ ਰਹਿ ਰਿਹਾ ਸੀਗਾ। ਸੋ ਇਸ ਤਰ੍ਹਾਂ ਦੇ ਪੇਸ਼ੈਂਟਸ ਦੇ ਵਿੱਚ ਵਾਲਵ ਚੇਂਜ ਕਰੇ ਤੋਂ ਬਿਨਾਂ ਹੋਰ ਕੋਈ ਸਾਡੇ ਕੋਲ ਰਿਜ਼ੋਰਟ ਨਹੀਂ ਹੁੰਦਾ। ਬਟ ਕਿਉਂਕਿ ਇਹ ਓਪਨ ਹਾਰਟ ਸਰਜਰੀ ਨਹੀਂ ਚੱਲ ਸਕਦੇ ਸੀਗੇ, ਓਪਨ ਹਾਰਟ ਸਰਜਰੀ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਇੰਨੇ ਵੀਕ ਹਾਰਟ ਦੇ ਉੱਪਰ ਬਹੁਤ ਵੱਡਾ ਇਨਸਲਟ ਹੋ ਜਾਂਦੀ ਹੈ। ਸੋ ਅਸੀਂ ਫੈਮਿਲੀ ਨਾਲ ਗੱਲ ਕੀਤੀ ਤਾਂ ਦੇ ਸੈਡ ਕਿ ਡਾਕਟਰ ਸਾਹਿਬ ਜੋ ਵੀ ਤੁਸੀਂ ਕਰ ਸਕਦੇ ਹੋ, ਬਿਕੋਜ਼ ਇਹ ਤੁਸੀਂ ਸਾਡੇ ਦਿਸ ਇਜ਼ ਦ ਲਾਸਟ ਰਿਜ਼ੋਰਟ, ਕਿਉਂਕਿ ਸਾਨੂੰ ਹਰ ਥਾਂ ਤੋਂ ਜਵਾਬ ਮਿਲ ਰਿਹਾ। ਸੋ ਅਸੀਂ ਫੈਮਿਲੀ ਨਾਲ ਡਿਸਕਸ ਕਰਕੇ ਵੀ ਪਲਾਨ ਕਿ ਅਸੀਂ ਇੱਕ ਲੱਤ ਦੇ ਨਾੜ ਦੇ ਥਰੂ ਅਸੀਂ ਇਹਨਾਂ ਦਾ ਏਓਰਟਿਕ ਵਾਲਵ ਰਿਪਲੇਸ ਕਰ ਸਕਦੇ ਹਾਂ, ਜਿਹਨੂੰ ਟਰਾਂਸਕੈਥੇਟਰ ਏਓਰਟਿਕ ਵਾਲਵ ਇੰਪਲਾਂਟੇਸ਼ਨ ਕਿਹਾ ਜਾਂਦਾ ਹੈ, ਜੋ ਕਿ ਇੱਕ ਬਹੁਤ ਹੀ ਗਰਾਊਂਡ ਬ੍ਰੇਕਿੰਗ ਟੈਕਨੋਲੋਜੀ ਹੈ, ਟੈਕਨੀਕ ਹੈ, ਜਿਹੜੇ ਪਿਛਲੇ 5-6 ਸਾਲਾਂ ਤੋਂ ਇਸ ਤਰ੍ਹਾਂ ਦੇ ਪੇਸ਼ੈਂਟਸ ਨੂੰ ਬੈਨੀਫਿਟ ਦੇ ਰਹੀ ਹੈਗੀ ਹੈ। ਬਟ ਨਾਰਥ ਆਫ ਦਿੱਲੀ ਇਹ ਪ੍ਰੋਸੀਜਰ ਸਾਡੇ ਪੰਜਾਬ 'ਚ ਬਹੁਤ ਘੱਟ ਹੁੰਦੇ ਨੇ ਐਂਡ ਦੇ ਆਰ ਵੈਰੀ ਕੋਸਟਲੀ ਐਜ਼ ਵੈਲ। ਅਤੇ ਬਟ ਫੈਮਿਲੀ ਨੇ ਕਿਹਾ ਕਿ ਡਾਕਟਰ ਸਾਹਿਬ ਜੋ ਵੀ ਕੁਛ ਤੁਸੀਂ ਕਰ ਸਕਦੇ ਹੋ, ਸੋ ਡੂ ਦ ਬੈਸਟ ਫॉर ਆਰ ਪੇਸ਼ੈਂਟ। ਅਤੇ ਅਸੀਂ ਫਿਰ ਇਹਨਾਂ ਨੂੰ 3 ਦਿਨ ਪਹਿਲਾਂ ਅਸੀਂ ਇਹਨਾਂ ਨੂੰ ਉਹਦੇ ਵਾਸਤੇ ਪੋਸਟ ਕੀਤਾ ਅਤੇ ਰਿਮਾਰਕੇਬਲੀ ਇਹਨਾਂ ਦੇ ਹਾਰਟ ਦੇ ਵਿੱਚ ਅਸੀਂ ਜਦੋਂ ਨਵਾਂ ਵਾਲਵ ਇੰਪਲਾਂਟ ਕੀਤਾ ਤਾਂ ਉਸ ਤੋਂ ਬਾਅਦ ਤੁਰੰਤ ਹੀ ਜਿਹੜਾ BP
80 ਦੇ ਆਸ-ਪਾਸ ਰਹਿ ਰਿਹਾ ਸੀਗਾ, ਉਹ 130 ਤੇ ਚਲਾ ਗਿਆ। ਇਹਨਾਂ ਦਾ ਹਾਰਟ ਦੀ ਪੰਪਿੰਗ ਜਿਹੜੀ ਕਿ ਪਹਿਲਾਂ 20% ਸੀਗੀ, ਹੁਣ 3 ਦਿਨਾਂ ਦੇ ਵਿੱਚ ਹੀ 35 to 40% ਹੋ ਗਈ ਹੈ। ਤੇ ਇਹਨਾਂ ਦਾ ਹਾਰਟ ਜਿਹੜਾ ਇੰਨਾ ਉਹਦੇ ਵਾਲਵ ਦੇ ਵਿੱਚ ਕੈਲਸੀਫਿਕੇਸ਼ਨ ਸੀਗੀ ਕਿ ਇਹਨਾਂ ਦਾ ਕੈਲਸ਼ੀਅਮ ਸਕੋਰ 3800 ਸੀਗਾ, ਜੋ ਕਿ ਬਹੁਤ ਜ਼ਿਆਦਾ ਹੋ ਜਾਂਦਾ ਹੈ। ਬਟ ਇੰਨੇ ਚੈਲੰਜਿੰਗ ਕੇਸ ਦੇ ਵਿੱਚ ਫੈਮਿਲੀ ਦਾ ਵਿਸ਼ਵਾਸ ਤੇ ਪਰਮਾਤਮਾ ਦੀ ਮਿਹਰ ਦੇ ਨਾਲ he has responded very well to the treatment and today ਅੱਜ ਅਸੀਂ ਇਹਨਾਂ ਨੂੰ ਅੱਜ ਤੁਰ ਫਿਰ ਕੇ ਆਪੇ ਇਹਨਾਂ ਨੇ ਦੇਖਿਆ ਹੈਗਾ, ਬਿਨਾਂ ਕਿਸੇ ਸਪੋਰਟ ਤੋਂ। ਕੋਈ ਇਹਨਾਂ ਨੂੰ ਆਕਸੀਜਨ ਨਹੀਂ ਚੱਲ ਰਹੀ ਹੈਗੀ, ਕੋਈ ਬਲੱਡ ਪ੍ਰੈਸ਼ਰ ਵਧਾਉਣ ਵਾਲੀਆਂ ਮੈਡੀਸਿਨਸ ਨਹੀਂ ਚੱਲ ਰਹੀਆਂ ਹੈਗੀਆਂ। ਐਂਡ ਟੁਡੇ he is supposed to be discharged।